ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਚਰਚਾ ਦੇ ਵਿੱਚ ਫਿਰ ਅਸੀਂ ਉਹੀ ਗੱਲ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਨੇ ਜਗਤ ਭ੍ਰਮਣ ਕਰੀਬ 20 ਸਾਲ ਕੀਤਾ। ਕਿਹਾ ਜਾਂਦਾ ਹੈ 26,000 ਕਿਲੋਮੀਟਰ ਪੈਦਲ ਚੱਲਣ ਵਾਲੇ ਪਹਿਲੇ ਸੰਤ, ਪਹਿਲੇ ਮਹਾਂਪੁਰਸ਼ ਇਸ ਦੁਨੀਆ ਦੇ ਵਿੱਚ ਆਦਿ ਕਾਲ ਤੋਂ ਹੋਏ। ਜਾ ਕੇ ਉਸ ਜਗ੍ਹਾ ਦੇ ਉੱਤੇ, ਜਿਸ ਜਗ੍ਹਾ ਤੇ ਉਹਨਾਂ ਨੂੰ ਸਮਝ ਆਇਆ ਕਿ ਪਰਮਾਤਮਾ ਦੇ ਇੱਕ ਰੂਪ ਨੂੰ ਜਗਤ ਸਮਝ ਕੇ ਨਹੀਂ ਔਰ ਦੂਸਰੇ ਕਰਮਕਾਂਡ ਪਖੰਡਾਂ ਦੇ ਵਿੱਚ ਲੱਗਿਆ ਹੋਇਆ ਹੈ। ਇਹ ਇਸ ਕਰਕੇ ਕਿਹਾ ਜਾਂਦਾ ਹੈ ਕਿ ਕਰਮਕਾਂਡ ਹੈ, ਪਖੰਡ ਹੈ। ਅਗਰ ਅਸੀਂ ਆਪਣੇ ਪਰਮਾਤਮਾ ਕੋ ਕਿਸੇ ਭੈ ਦੇ ਨਾਲ ਜਾਂਦੇ ਹਾਂ, ਡਰ ਦੇ ਨਾਲ ਜਾਂਦੇ ਹਾਂ, ਜਾਂ ਕਿਸੇ ਲਾਲਚ ਨਾਲ ਜਾਂਦੇ ਹਾਂ, ਕੋਈ ਚੀਜ਼ ਮੰਗਣ ਜਾਂਦੇ ਹਾਂ, ਸਾਨੂੰ ਉੱਥੋਂ ਹੀ ਮਿਲਣੀ ਹੈ। ਸਾਡੇ ਮਿਲਣ ਦਾ ਤਰੀਕਾ, ਸਾਡੀ ਅਰਦਾਸ ਦਾ ਤਰੀਕਾ ਘੱਟ ਹੋਣਾ ਹੈ। ਇਸ ਕਰਕੇ ਸਾਨੂੰ ਉਹ ਚੀਜ਼ ਪ੍ਰਾਪਤ ਨਹੀਂ ਹੁੰਦੀ। ਪਰ ਕੀ ਪਰਮਾਤਮਾ ਨੂੰ ਅਸੀਂ ਇਸੇ ਕਾਰਨ ਯਾਦ ਕਰੀਦਾ? ਇੱਕ ਵਾਰੀ ਪਰਮਾਤਮਾ ਨੇ ਇਹੋ ਹੀ ਇਮਤਿਹਾਨ ਲੈਣ ਲਈ ਆਪਣੀ ਝੋਲੀ ਦੇ ਵਿੱਚ ਕੁਝ ਬਹੁਤ ਹੀ ਕੀਮਤੀ ਰਤਨ ਪਾ ਕੇ ਔਰ ਇੱਕ ਪਿੰਡ ਦਾ ਦੌਰਾ ਕੀਤਾ, ਇੱਕ ਗਾਉਂ ਦਾ ਦੌਰਾ ਕੀਤਾ। ਸ਼ਾਮ ਹੋ ਗਈ ਸੀ। ਉੱਥੇ ਜਾ ਕੇ ਦੋ ਪਰਿਵਾਰਾਂ 'ਚ ਉਹਨਾਂ ਨੇ ਦੇਖਿਆ ਇੱਕ ਬਹੁਤ ਮੱਧਮ ਜਿਹਾ ਦੀਵਾ ਬਲ ਰਿਹਾ ਹੈ। ਟਾਈਮ ਸੀ ਭੋਜਨ ਦਾ ਔਰ ਪਰਮਾਤਮਾ ਨੇ ਵੇਸ਼ ਧਰਿਆ ਸੀ ਦਰਵੇਸ਼ ਦਾ, ਇੱਕ ਸਾਧੂ ਦਾ। ਉਹਨਾਂ ਨੇ ਜਾ ਕੇ ਇੱਕ ਪਰਿਵਾਰ ਨੂੰ ਪੁੱਛਿਆ, ਜਿੱਥੇ ਪਤੀ ਪਤਨੀ ਬਾਹਰ ਆਏ, ਕਿ ਮੈਂ ਬਹੁਤ ਭੁੱਖਾ ਵਾਂ, ਪਿਆਸਾ ਵਾਂ, ਮੈਨੂੰ ਭੋਜਨ ਛਕਾ ਦਿਓ। ਤੇ ਪਤੀ ਪਤਨੀ ਦੇ ਇੱਕ ਦੂਜੇ ਦੇ ਵੱਲ ਵੇਖਿਆ ਕਿ ਸਾਡੇ ਘਰ ਤੇ ਹੁਣ ਓਨਾ ਹੀ ਭੋਜਨ ਬਣਿਆ ਹੈ ਜੋ ਸਾਡੇ ਦੋਨਾਂ ਨੂੰ ਹੀ ਪਰਯਾਪਤ ਨਹੀਂ ਹੋਏਗਾ। ਔਰ ਉਹਨਾਂ ਨੇ ਦੇਖਿਆ ਕਿ ਬਹੁਤ ਹੀ ਇਹ ਦੁਖੀ ਲੱਗ ਰਹੇ ਹੈ। ਉਹਨਾਂ ਨੇ ਕਹਿ ਦਿੱਤਾ, ਮਹਾਤਮਾ ਸਾਨੂੰ ਮਾफ़ ਕਰੋ, ਸਾਡੇ ਘਰ ਕੁਝ ਨਹੀਂ ਹੈ। ਦੂਸਰੇ ਘਰ ਗਏ। ਦੂਸਰੇ ਘਰ ਦੋਨੋਂ ਪਤੀ ਪਤਨੀ ਨੇ ਬੜੇ ਪਿਆਰ ਸਨਮਾਨ ਨਾਲ ਸਤਿਕਾਰ ਕੀਤਾ, ਉਹਨਾਂ ਨੂੰ ਬਿਠਾਇਆ, ਉਹਨਾਂ ਨੂੰ ਜਲ ਛਕਵਾਇਆ ਔਰ ਉਸ ਤੋਂ ਬਾਅਦ ਭੋਜਨ ਲਈ ਪੁੱਛਿਆ। ਪਰਮਾਤਮਾ ਤੇ ਅੰਤਰਯਾਮੀ, ਉਹਨਾਂ ਨੂੰ ਪਤਾ ਸੀ। ਉਹਨਾਂ ਨੇ ਕਿਹਾ, ਹਾਂ ਮੈਂ ਭੋਜਨ ਕਰਾਂਗਾ। ਔਰ ਉਸ ਪਤੀ ਪਤਨੀ ਨੇ ਉਹਨਾਂ ਦੇ ਸਾਹਮਣੇ ਲਿਆ ਕੇ ਭੋਜਨ ਪਰੋਸ ਦਿੱਤਾ ਔਰ ਪਰਮਾਤਮਾ ਨੇ ਉਹ ਭੋਜਨ ਛਕ ਲਿਆ, ਖਾ ਲਿਆ। ਪਰਮਾਤਮਾ ਇਹ ਗੱਲ ਜਾਣਦੇ ਸੀ। ਉਹਨਾਂ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਔਰ ਪੁੱਛਿਆ ਕਿ ਤੁਸੀਂ ਔਰ ਤੁਹਾਡੇ ਜਿਹੜੇ ਪੜੋਸ ਦੇ ਹੈ, ਦੋਨੋਂ ਇੱਕੋ ਜਿਹੇ ਗਰੀਬ ਲੱਗਦੇ ਹੋ, ਮਗਰ ਤੁਸੀਂ ਹਰ ਵੇਲੇ ਕਿੱਦਾਂ ਹੱਸਦੇ ਰਹਿੰਦੇ ਹੋ, ਕਿੱਦਾਂ ਤੁਹਾਡੇ ਵਿੱਚ ਇੰਨੀ ਵਿਨਮਰਤਾ, ਸੇਵਾ ਭਾਵ ਹੈ। ਉਹਨਾਂ ਨੇ ਹੱਥ ਉੱਤੇ ਕਰਕੇ ਕਿਹਾ ਕਿ ਪਰਮਾਤਮਾ ਨੇ ਸਭ ਦਿੱਤਾ ਹੈ, ਜੋ ਮੇਰੇ ਹਿੱਸੇ ਦਾ ਉਹ ਮੇਰੇ ਕੋਲ ਹੈ, ਜੋ ਮੈਨੂੰ ਹੁਣ ਨਹੀਂ ਬਾਅਦ 'ਚ ਮਿਲੇਗਾ। ਪਰਮਾਤਮਾ ਉੱਥੋਂ ਵਿਦਾ ਹੋਏ ਔਰ ਉਹ ਪਤੀ ਪਤਨੀ, ਚੂँਕਿ ਭੋਜਨ ਓਨਾ ਹੀ ਸੀ, ਜਦ ਪਤੀ ਪਤਨੀ ਭੁੱਖੇ ਸੌਂ ਗਏ, ਸਵੇਰੇ ਉੱਠਦੇ ਹੈ ਤੇ ਉਹ ਦੇਖਦੇ ਹੈ ਕਿ ਮਹਾਤਮਾ ਦੀ ਪੋਟਲੀ ਉੱਥੇ ਛੁੱਟੀ ਹੈ। ਉਹ ਪਰਮਾਤਮਾ ਦੀ ਪੋਟਲੀ ਉੱਥੇ ਛੁੱਟੀ ਹੈ। ਉਹਨਾਂ ਨੇ ਲੱਭਿਆ ਉਹਨਾਂ ਨੂੰ ਚਾਰੋਂ ਤਰਫ, ਉਹ ਕਿਤੇ ਨਹੀਂ ਮਿਲੇ। ਜਾਂਦੇ ਹੋਏ ਜਦ ਬਾਹਰ ਦੇਖਿਆ ਤੇ ਉਹਨਾਂ ਦੀ ਖੜਾਉਂ ਬੱਚਿਆਂ ਨੂੰ ਪਤਾ ਹੋਏਗਾ, ਇੱਕ ਲੱਕੜੀ ਨੁਮਾ ਸੈਂਡਲ ਹੁੰਦਾ ਸੀ, ਜਿਹਦੇ ਸਿਰਫ ਸਾਹਮਣੇ ਇੱਕ ਕਿੱਲ ਜਿਹਾ ਲੱਗਾ ਹੁੰਦਾ ਸੀ ਲੱਕੜੀ ਦਾ, ਉਹਦੇ ਵਿੱਚ ਪੈਰ ਫਸਾ ਕੇ ਤੁਰਨਾ ਹੁੰਦਾ ਸੀ। ਖੜਾਉਂ ਕਹਿੰਦੇ ਆ। ਹੁਣ ਤੇ ਦਿਖਦੀ ਵੀ ਨਹੀਂ ਹੈ ਉਹ। ਉਹਨਾਂ ਨੂੰ ਆਭਾਸ ਹੋ ਗਿਆ ਕਿ ਇਹ ਕੋਈ ਬਹੁਤ ਹੀ ਮਹਾਂ ਵੱਡੇ ਸੰਤ ਸੀ। ਜਦ ਆ ਕੇ ਉਹਨਾਂ ਨੇ ਉਹਨਾਂ ਦੀ ਪੋਟਲੀ ਫੋਲੀ, ਦੇਖੀ ਤੇ ਹੈਰਾਨ ਹੋ ਗਏ। ਉਹਦੇ ਵਿੱਚ ਹੀਰੇ ਜਵਾਹਰਾਤ, ਦੌਲਤ ਸਭ ਕੁਝ ਸੀ। ਉਹ ਸਮਝ ਗਏ ਕਿ ਪਰਮਾਤਮਾ ਨੇ ਇੱਕ ਸੰਦੇਸ਼ ਦਿੱਤਾ ਹੈ, ਜੋ ਤੁਹਾਨੂੰ ਦਿੱਤਾ ਹੈ ਉਹਦਾ ਅਗਰ ਤੁਸੀਂ ਸ਼ੁਕਰੀਆ ਕਰਦੇ ਹੋ, ਸ਼ੁਕਰਾਨਾ ਕਰਦੇ ਹੋ ਔਰ ਖੁਸ਼ ਰਹਿੰਦੇ ਹੋ, ਤਾਂ ਤੁਹਾਨੂੰ ਕੁਝ ਮਿਲੇਗਾ। ਔਰ ਸਾਡੀ ਸ਼ਰਤ ਹੁੰਦੀ ਹੈ, ਸਾਨੂੰ ਪਹਿਲੋਂ ਕੁਝ ਮਿਲੇ ਤਾਂ ਖੁਸ਼ ਹੋਵਾਂਗੇ। ਤੇ ਅਗਰ ਅਸੀਂ ਖੁਸ਼ ਹਾਂ, ਸ਼ੁਕਰਾਨਾ ਦੇ ਵਿੱਚ ਹਾਂ, ਅਗਰ ਅਸੀਂ ਗ੍ਰੈਟੀਟਿਊਡ 'ਚ ਹਾਂ,
ਕਿ ਹੇ ਰੱਬਾ ਜੋ ਦਿੱਤਾ ਤੁਸੀਂ ਬਹੁਤ ਹੈ। ਇਹ ਮੈਸੇਜ ਲੈ ਕੇ ਗੁਰੂ ਨਾਨਕ ਦੇਵ ਜੀ ਫਿਰ ਆਪਣੀ ਯਾਤਰਾ 'ਚ ਜਾਂਦੇ ਹੈ। ਅੱਜ ਪਹਿਲੀ ਉਹ ਚਰਚਾ ਕਰਦੇ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਉਦਾਹਰਣ ਦੇ ਕੇ ਹੀ ਉਹਨਾਂ ਨੂੰ ਸਮਝਾਇਆ, ਨਾ ਤੇ ਕਿਸੇ ਧਰਮ ਵਿਸ਼ੇਸ਼ ਦੀ ਨਿੰਦਾ ਕੀਤੀ, ਨਾ ਉਹਨਾਂ ਨੂੰ ਨੀਚਾ ਦਿਖਾਇਆ। ਗੁਰੂ ਨਾਨਕ ਦੇਵ ਜੀ ਉਹਨੋਂ ਜਗ੍ਹਾ ਤੇ ਹੀ ਗਏ ਜਿੱਥੇ ਤੀਰਥ ਯਾਤਰੀ ਜਾਂਦੇ ਹੈ, ਜਿਹੜੇ ਤੀਰਥ ਕਹਿਲਾਉਂਦੇ ਹੈ। ਜਦ ਉਹ ਹਰਿਦੁਆਰ ਗਏ ਤੇ ਉਹਨਾਂ ਨੇ ਦੇਖਿਆ ਕਿ ਇੱਕ ਨਦੀ ਦੇ ਵਿੱਚ ਇੱਕ ਆਦਰਣੀय ਪੰਡਿਤ ਜੀ ਜੋ ਹੈ ਉਹ ਸੂਰਜ ਨੂੰ ਜਲ ਦੇ ਰਹੇ ਹੈ ਔਰ ਮਗਨ ਹੈ। ਗੁਰੂ ਨਾਨਕ ਦੇਵ ਜੀ ਵੀ ਉਸ ਪਾਣੀ 'ਚ ਉਤਰ ਗਏ ਔਰ ਚूँकि ਇਹ ਰਿਵਾਜ ਸੀ ਕਿ ਪੂਰਬ ਦੀ ਤਰਫ ਚੜ੍ਹਦੇ ਹੋਏ ਸੂਰਜ ਨੂੰ ਜਲ ਦੇਣਾ ਹੈ, ਗੁਰੂ ਨਾਨਕ ਦੇਵ ਜੀ ਨੇ ਪੂਰਬ ਵੱਲ ਪਿੱਠ ਕਰਕੇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੇਖਿਆ, ਬਾਅਦ 'ਚ ਉਹ ਪੰਡਿਤ ਸਾਹਿਬਾਨ ਨੇ ਵੀ ਦੇਖਿਆ। ਉਹਨਾਂ ਨੇ ਕਿਹਾ, ਇਹ ਕਿਹੜੀ ਮੂਰਖਤਾ ਹੈ, ਇਹ ਕਿਹੜੀ ਮੂਰਖਤਾ ਹੈ, ਤੁਸੀਂ ਨਾਦਾਨ ਹੋ, ਤੁਸੀਂ ਕੱਪੜਿਆਂ ਤੋਂ ਸੰਤ ਮਹਾਤਮਾ ਲੱਗਦੇ ਹੋ, ਇਹ ਪਾਣੀ ਤੁਸੀਂ ਕਿਹਨੂੰ ਦੇ ਰਹੇ ਹੋ? ਉਹ ਕਹਿੰਦੇ ਜੀ ਮੈਂ ਆਪਣੇ ਖੇਤਾਂ ਨੂੰ ਇਹ ਪਾਣੀ ਦੇ ਰਿਹਾ ਹਾਂ। ਤਾਂ ਹੱਸਣ ਲੱਗੇ ਔਰ ਪੁੱਛਦੇ ਆ ਤੁਹਾਡੇ ਖੇਤ ਕਿੰਨੀ ਦੂਰ ਹੈ? ਉਹ ਕਹਿੰਦੇ ਜੀ ਇੱਥੋਂ ਸਿਰਫ ਹਜ਼ਾਰਾਂ ਕਿਲੋਮੀਟਰ ਦੂਰ ਹੈ। ਉਹ ਕਹਿੰਦੇ ਤੁਸੀਂ ਕਿੱਦਾਂ ਦੀ ਗੱਲ ਕਰ ਰਹੇ ਹੋ? ਹਜ਼ਾਰਾਂ ਦੂਰ ਤੁਹਾਡੇ ਪੇੜਾਂ 'ਚ ਖੇਤਾਂ 'ਚ ਇਹ ਪਾਣੀ ਕਿੱਦਾਂ ਜਾ ਸਕਦਾ ਹੈ? ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੂਰਜ ਜਿਹਨੂੰ ਤੁਸੀਂ ਦੇਵਤਾ ਕਹਿੰਦੇ ਹੋ ਉਹ ਕਿੰਨੀ ਦੂਰ ਹੈ ਇੱਥੋਂ? ਉਹਨਾਂ ਨੇ ਕਿਹਾ ਉਹ 1000 ਕਰੋੜ ਕਿਲੋਮੀਟਰ ਦੂਰ ਹੈ। ਕਹਿੰਦੇ ਜਦ ਤੁਹਾਡਾ ਜਲ ਉੱਥੇ ਜਾ ਸਕਦਾ ਹੈ ਤੇ ਮੇਰਾ ਜਲ ਜੋ 1000 ਕਿਲੋਮੀਟਰ ਖੇਤਾਂ 'ਚ ਕਿਉਂ ਨਹੀਂ ਜਾ ਸਕਦਾ ਹੈ? ਇਹ ਛੋਟੇ ਜਿਹੇ ਉਦਾਹਰਣ ਨਾਲ ਉਹ ਸੰਤ ਮਹਾਤਮਾ ਉਹਨਾਂ ਦੇ ਪੈਰਾਂ 'ਚ ਡਿੱਗ ਗਏ। ਉਹਨਾਂ ਨੇ ਕਿਹਾ ਆਪ ਜੀ ਸਾਨੂੰ ਸਿੱਖਿਆ ਦੇ ਕੇ ਜਾਓ ਔਰ ਉਹ ਉਹਨਾਂ ਦੇ ਸ਼ਿष्य ਹੋ ਗਏ। ਇਸ ਪ੍ਰਕਾਰ ਹਰ ਉਸ ਜਗ੍ਹਾ ਤੇ ਗਏ ਜਿੱਥੇ ਉਸ ਵੇਲੇ ਵਿਆਪਤ ਖਾਸ ਕਰਕੇ ਹਿੰਦੂ ਔਰ ਮੁਸਲਿਮ ਧਰਮ ਦੀ ਉਹ ਮਾਨਿਅਤਾएं ਸੀ ਜੋ ਮਾਨਿਅਤਾएं ਇਸ ਦੇ ਖਿਲਾਫ ਜਾਂਦੀਆਂ ਹੈ ਕਿ ਪਰਮਾਤਮਾ ਇੱਕ ਹੈ, ਹਰ ਦਿਸ਼ਾ 'ਚ ਹੈ, ਕਣ ਕਣ ਦੇ ਵਿੱਚ ਹੈ, ਕਿਸੇ ਵਿਸ਼ੇਸ਼ ਚੀਜ਼ 'ਚ ਨਹੀਂ ਹੈ, ਕਿਸੇ ਵਿਸ਼ੇਸ਼ ਦਿਸ਼ਾ 'ਚ ਨਹੀਂ ਹੈ, ਕਿਸੇ ਵਿਸ਼ੇਸ਼ ਮੂਰਤ 'ਚ ਨਹੀਂ ਹੈ, ਕਿਸੇ ਵਿਸ਼ੇਸ਼ कर्मकांड च नहीं है और कुछ करना मिलते है, कुछ नहीं करना पाप या पुण्य लगता है। आज की चर्चा च इस उदाहरण तो बाद अगले उदाहरण च जावांगे। वाहिगुरू जी का खालसा, श्री वाहिगुरू जी की फतेह।